ਲੰਘੇ ਕੱਲ ਕਿਸਾਨਾਂ ਦੇ ਵੱਲੋਂ ਦੇਸ਼ ਪੱਧਰ ਦੇ ਉੱਤੇ ਵੱਡਾ ਸੰਘਰਸ਼ ਵਿੱਢਿਆ ਗਿਆ ਔਰ ਇਸ ਸੰਘਰਸ਼ ਤੋਂ ਬਾਅਦ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮੌਜੂਦਾ ਅੰਦੋਲਨ ਜੋ ਚੱਲਦਾ ਪਿਆ ਕਿਸਾਨਾਂ ਦਾ ਉਹ ਕਿਸ ਹੱਦ ਤੱਕ ਕਿੱਥੇ ਤੱਕ ਪਹੁੰਚ ਚੁੱਕਿਆ। ਦਰਅਸਲ ਲੰਘੇ ਕੱਲ ਜੋ ਕੁਝ ਹੋਇਆ, ਜਿਹੜਾ ਰੇਲ ਰੋਕੋ ਅੰਦੋਲਨ ਛੇੜਿਆ ਗਿਆ, ਉਸ ਰੇਲ ਰੋਕੋ ਅੰਦੋਲਨ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ, ਕਿਸਾਨ ਹਿਰਾਸਤ ਦੇ ਵਿੱਚ ਲਏ ਗਏ, ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਸ ਤੇ ਗੁੱਸਾ ਸਾਫ਼ ਦੇਖਣ ਨੂੰ ਮਿਲਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਇਸ ਅੰਦੋਲਨ ਦਾ ਭਵਿੱਖ ਕੀ ਹੋਵੇਗਾ। ਉਸੇ ਦੇ ਮੱਦੇਨਜ਼ਰ 10 ਤਰੀਕ ਮਿੱਥੀ ਗਈ ਸੀ ਕਿ 10 ਤਰੀਕ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਵੱਖ-ਵੱਖ ਸੂਬਿਆਂ ਦੇ ਅੰਦਰ ਵੱਖ-ਵੱਖ ਰੇਲ ਟਰੈਕਾਂ ਦੇ ਉੱਤੇ ਕਿਸਾਨ ਬੈਠਣਗੇ। ਖਾਸ ਕਰਕੇ ਐਸਕੇਐਮ ਗੈਰ ਰਾਜਨੀਤਿਕ ਕੇਕੇਐਮ ਔਰ KMM ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ, ਇਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ, ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਲੈਵਲ ਦੇ ਉੱਤੇ ਐਲਾਨ ਕੀਤਾ ਗਿਆ ਸੀ ਕਿ ਰੇਲਾਂ ਕਿਸਾਨਾਂ ਦੇ ਵੱਲੋਂ ਰੋਕੀਆਂ ਜਾਣਗੀਆਂ। ਹਾਲਾਂਕਿ ਆਉਣ ਵਾਲੀ 14 ਤਰੀਕ ਨੂੰ ਇਹ ਵੀ ਐਲਾਨ ਕੀਤਾ ਗਿਆ ਕਿ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ, ਪਰ ਉਸ ਤੋਂ ਪਹਿਲਾਂ ਲੰਘੇ ਕੱਲ ਦੇ ਹਾਲਾਤ ਤਣਾਅਪੂਰਵਕ ਰਹੇ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਘੇ ਕੱਲ ਰੇਲਾਂ ਰੋਕੀਆਂ ਗਈਆਂ, ਪੂਰੇ ਦੇਸ਼ ਦੇ ਵਿੱਚ ਰੇਲਾਂ ਰੋਕੀਆਂ ਗਈਆਂ, ਜਿਸ ਦੇ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ ਵਰਗੇ ਸੂਬੇ ਵੀ ਤੇ ਮੱਧ ਪ੍ਰਦੇਸ਼ ਵਰਗੇ ਸੂਬੇ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਰਹੇ ਨੇ ਔਰ ਉੱਥੇ ਹਾਲਾਤ ਜ਼ਰੂਰ ਤਣਾਅਪੂਰਵਕ ਬਣੇ ਨੇ। ਖਾਸ ਕਰਕੇ ਹਰਿਆਣੇ ਦੇ ਵਿੱਚ, ਕਿਉਂਕਿ ਜਾਣਕਾਰੀ ਮੁਤਾਬਕ ਜਦੋਂ ਕਿਸਾਨ ਹਰਿਆਣੇ ਦੇ ਵਿੱਚ ਜਿੱਥੇ 5 ਥਾਵਾਂ ਦੇ ਉੱਤੇ ਰੇਲਾਂ ਰੋਕੀਆਂ ਗਈਆਂ, ਉੱਥੇ ਜਾ ਕੇ ਜਦੋਂ ਰੇਲ ਟਰੈਕਸ ਦੇ ਕੋਲ ਪਹੁੰਚ ਰਹੇ ਸਨ ਤੇ ਉੱਥੇ ਹੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਿਰਾਸਤ 'ਚ ਲੈ ਕੇ ਉਹਨਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਔਰ ਜਿਸ ਉੱਤੇ ਫਿਲਹਾਲ ਕਿਸਾਨ ਲੀਡਰ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਨੇ। ਇੱਥੋਂ ਤੱਕ ਕਿ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ, ਸਰਵਨ ਸਿੰਘ ਪੰਧੇਰ ਦੀ, ਦਰਸ਼ਨਪਾਲ ਦੀ, ਜੋਗਿੰਦਰ ਸਿੰਘ ਉਗਰਾਹਾਂ ਦੀ, ਲਗਾਤਾਰ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਹਿਰਾਸਤ ਵਿੱਚ ਲਏ ਗਏ ਨੇ ਕਿਸਾਨ, ਉਹਨਾਂ ਨੂੰ ਛੱਡਿਆ ਜਾਵੇ, ਉਹਨਾਂ ਦੇ ਉੱਤੇ ਕੋਈ ਤਸ਼ੱਦਦ ਨਾ ਕੀਤਾ ਜਾਵੇ, ਉਹਨਾਂ ਨੂੰ ਜੇਲ੍ਹਾਂ 'ਚ ਨਾ ਡੱਕਿਆ ਜਾਵੇ, ਉਹਨਾਂ ਨੂੰ ਛੱਡਿਆ ਜਾਵੇ। ਉਹਨਾਂ ਨੇ ਕੁਝ ਗਲਤ ਨਹੀਂ ਕੀਤਾ, ਕਿਉਂਕਿ ਪ੍ਰਦਰਸ਼ਨ ਕਰਨਾ, ਧਰਨਾ ਲਾਉਣਾ ਇਹ ਇੱਕ ਰਾਈਟ ਹੈ ਜਿਹੜਾ ਕਿ ਇੱਕ ਦੇਸ਼ ਦਾ ਨਾਗਰਿਕ ਅਪਣਾ ਸਕਦਾ ਹੈ। ਔਰ ਉਹੋ ਜਿਹੇ ਕਿਸਾਨਾਂ ਨੇ ਕੀਤਾ, ਆਪਣੇ ਪ੍ਰਦਰਸ਼ਨ ਨੂੰ ਦੇਸ਼ ਵਿਆਪੀ ਲੈਵਲ ਤੇ ਲਿਜਾਣ ਵਾਸਤੇ ਉਹਨਾਂ ਨੇ ਰੇਲਾਂ ਜ਼ਰੂਰ ਰੋਕੀਆਂ ਔਰ 12 ਤੋਂ 4 ਜਿਹੜਾ ਸਮਾਂ ਸੀਗਾ ਉਸ ਦੌਰਾਨ ਰੇਲਾਂ ਰੋਕੀਆਂ ਗਈਆਂ। ਪਹਿਲਾਂ ਪ੍ਰੀ ਪਲਾਨਡ ਅੰਦੋਲਨ ਸੀਗਾ, ਇਸ ਬਾਰੇ ਜਾਣਕਾਰੀ ਪਹਿਲਾਂ ਹੀ ਸੀ ਔਰ ਉਸ ਜਾਣਕਾਰੀ ਦੇ ਚੱਲਦੇ ਹਰਿਆਣਾ ਪ੍ਰਸ਼ਾਸਨ ਵੱਲੋਂ ਫੌਰੀ ਤੌਰ ਦੇ ਉੱਤੇ ਐਕਸ਼ਨ ਲੈ ਲਿਆ ਜਾਂਦਾ। ਜਦੋਂ ਹੀ ਕਿਸਾਨ ਰੇਲਾਂ ਵੱਲ ਵੱਧਦੇ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਔਰ ਇਸ ਤੋਂ ਬਾਅਦ ਹਾਲਾਤ ਤਣਾਅਪੂਰਵਕ ਹੋ ਜਾਂਦੇ ਨੇ। ਖੈਰ, ਇਸ ਅੰਦੋਲਨ ਦਾ ਭਵਿੱਖ ਕੀ ਕਹਿੰਦਾ ਆ ਉਹ ਸਮਾਂ ਦੱਸੇਗਾ, ਪਰ ਫਿਲਹਾਲ ਇੱਕ ਪਾਸੇ ਕਿਸਾਨਾਂ ਦੇ ਵਿੱਚ ਭਾਜਪਾ ਨੂੰ ਲੈ ਕੇ ਰੋਸ ਜ਼ਿਆਦਾ ਵੱਧ ਗਿਆ, ਕਿਉਂਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ। ਕਿਸਾਨ ਹਿਰਾਸਤ ਵਿੱਚ ਲਏ ਹਰਿਆਣਾ ਦੇ ਅੰਦਰ ਔਰ ਕਿਸਾਨ ਦੇਸ਼ ਪੱਧਰ ਦੇ ਉੱਤੇ ਖਫਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ। ਇਹਨਾਂ ਚੀਜ਼ਾਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਅਸਰ ਪਵੇਗਾ ਇਲੈਕਸ਼ਨਸ ਦੇ ਉੱਤੇ ਔਰ ਕਿਸਾਨ ਅੰਦੋਲਨ ਦੇ ਉੱਤੇ, ਇਹ ਸਮਾਂ ਦੱਸੇਗਾ। ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਨੇ। आंदोलन था वो पूरी तरह सफल रहा है। जहां तक पंजाब का सवाल है, ये सफलतम रेल रोको है। 50-60 से बहुत ज़्यादा जगहों पर जो हमें खबरें मिल रही हैं, अधिक जगह पर ये रेल रोको आंदोलन हुआ है। बहुत सी अन्य यूनियन ने भी ये 2 फोरमों की कॉल की हिमायत की है। उन्होंने भी दर्जनों जगहों के ऊपर ये रेल रोको आंदोलन किया है। और जो हमें हरियाणा से खबर मिली है, वहां पर 6 जगहों के ऊपर रेल ट्रैक के ऊपर किसान मजदूर चढ़े हैं। एलनाबाद पे ऊपर गिरफ्तारी हुई है, डबवाली में गिरफ्तारी हुई है रेल रोकने के बाद। पंजोड़, मोड़ा, मानकपुर, इन जगहों के ऊपर पुलिस छावनी में बदल दिया गया और जबरदस्ती किसानों को रेल से हटाया गया। ये खबरें मिल रही हैं। मैं इसकी पुष्टि नहीं कर रहा, लेकिन खबरें तो ये भी है शेलिंग भी हुई है, उसकी पुष्टि कल तक कर देंगे। हरियाणा में जहां 70,000 अर्धसैनिक फोर्स लगी थी, फिर भी सबसे बड़ी सफलता, इतनी ताकत इस्तेमाल करने के बाद भी किसान रेलों के ऊपर 5 से अधिक जगह के ऊपर रेल रोकने में कामयाब हो गए। इसके अलावा राजस्थान में पीली गंगा, हनुमानगढ़, गंगानगर,
यहां पर रेल जाम कर दी गई और गंगानगर में ये पुलिस छावनी में बदला गया था सारा, जो हम देख रहे हैं बहुत बड़ी फोर्स लगी हुई थी। यहां पर जो आदिवासी क्षेत्र है उनके जो पिछले केस थे उनको खोला गया और उनको एक दिन पहले ही डिटेन करना शुरू कर दिया गया। 40 नंबर एफआईआर दर्ज करके उनको अब बुलावा, कल पेश होने का बुलावा दिया जा रहा है, लेकिन पूरी जबरदस्ती की जा रही है। फिर भी हम राजस्थान में रेलें रोकने में कामयाब हो गए। अभी और खबरें यहां से निकल के आएंगी। अभी आधे घंटे में रेल रोको के बाद जो हमारे पास खबरें आई उसके बारे में हम बात कर रहे हैं। इसी तरह से मध्य प्रदेश, जहां पर हमने एक ग्वालियर में रेल रोक ली, वहां पर जितने 300-400 किसान से उतनी फोर्स थी, चारों ओर से घेरा डला रहा, लेकिन किसान डटे रहे। इसके अलावा रीवा में भी मध्य प्रदेश में हम रेल रोकने में कामयाब हो गए। वहां पर भी उतने ही लोग से उनसे अधिक फोर्स थी। आदिवासी एरिया झबुआ, वहां पर भी मध्य प्रदेश में 3 जगह के ऊपर हम रेल रोकने में कामयाब हो गए। इस तरह से हमें यूपी से भी खबर है, अभी उनकी पुष्टि नहीं हो रही जगह की। इस तरह से तमिलनाडु में 20 से अधिक जगह पर रेलें जाम हुई। अभी उसकी पुष्टि नहीं करती। सरकार ने वहां पैलेस बुक करा रखे थे, कुछ जगहों पर गिरफ्तार करके किसानों को उन पैलेसों में लेके जाया गया, लेकिन सारी खबर कल तक पुष्टि हो जाएगी। इस तरह से पौंडीचेरी में भी रेल जो है वो जाम की गई, बड़ी भारी पुलिस बल लगे हुए थे ये। और अन्य राज्यों से अभी खबरें आएंगी, वहां पर भी रेल रोको का। अभी कर्नाटका से खबर आने वाली है, तेलंगाना से खबर आने वाली है। तो जो भारत सरकार दावा कर रही थी भी अकेले पंजाब का आंदोलन है, जहां पर यह देश भर का आंदोलन हो निपटा, अब पंजाब, हरियाणा, राजस्थान, मध्य प्रदेश, तमिलनाडु और पौंडीचेरी, इनकी तो पुष्टि हो गई ना। 7 राज्यों में रेलें जाम हो गई। 3-4 राज्यों से खबरों की पुष्टि होनी बाकी है। तो ये हमारा आज का रेल रोको आंदोलन सबसे सफलतम रेल रोको आंदोलन में हुआ, जहां पर सरकार ने अर्धसैनिक फोर्स लगा के रोकने की कोशिश की, तब भी वो रोक नहीं सके। और ये आंदोलन बहुत बड़ा साबित हुआ। आने वाले दिनों में आंदोलन और तेज किया जाएगा और सरकार जब तक हमसे वार्ता करके हमारी मांगों मान नहीं लेती, तब तक आंदोलन चलता रहेगा। यहां आपने देवीदासपुरा, रैया, अमृतसर अकेले, इस तरह से कथू नंगल, जयंतीपुर, रमदास, पंदेर कला फाटक, कोटला गुजरा फाटक और यहां जहांगीर गांव के पास फाटक था। इतने स्पॉट अकेले अमृतसर में थे और भी थे, वेरका में भी। फिर भी आपने देखा यहां देवीदासपुरा में हजार लोग पहुंचे हैं। और यहां से अभी पूरे पंजाब से शंभू और खनौरी बॉर्डरों पर भी हजार लोग बैठे हुए। तो यह सफलतम हमारा कार्यक्रम हुआ, जिन्होंने पूरा जोर लगाकर देश के किसान मजदूर ने अपनी जान जोखिम में डालकर सरकार से, अर्धसैनिक फोर्सों से, पुलिस से लोहा लेते हुए शांतिपूर्ण ढंग से, जबर तो उनका सहा, लेकिन अपने सब्र से रेल रोको आंदोलन को कामयाब किया। हम पूरे भारतवर्ष के किसान मजदूर सभी लोगों का, वो सभी संगठनों का जो केएमएम में जुड़े हुए हैं, जो एसकेएम नॉन पॉलिटिकल में जुड़े हुए, उन सबका धन्यवाद करते हैं। उन लीडर साहबान का, इतने जोर के बावजूद उन्होंने हमारा रेल रोको आंदोलन कामयाब किया।
धन्यवाद। Subscribe to One India channel and never miss an update.